ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਮਨਾਂ ਨੂੰ ਜੋੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ। ਮਨ ਨੂੰ ਮੋੜ ਲਿਆਈਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਕਿਉਂਕਿ ਮਨ ਬੜਾ ਦੂਰ ਨਿਕਲ ਗਿਆ ਹੈ ਦੁਨੀਆ ਦੇ ਵਿੱਚ। ਰਾਤ ਦਿਨੇ ਸੋਚਾਂ ਹੀ ਸੋਚਦਾ ਰਹਿੰਦਾ ਹੈ, ਸੋਚਤ ਸਾਚਤ ਰਹਿਣ ਬਿਹਾਨੀ। ਸੋਚਦਿਆਂ ਸਾਰੀ ਰਾਤ, ਕਿੰਨੀਆਂ ਲੰਮੀਆਂ ਰਾਤਾਂ ਹੁੰਦੀਆਂ ਹਨ, ਸੋਚ ਕੇ ਲੰਘ ਜਾਂਦੀਆਂ ਹਨ। ਰਾਤ ਜੇ ਸੋਵਹਿ ਦਿਨ ਕਰਹਿ ਕਾਮ, ਇੱਕ ਖਿਨ ਲਹੇ ਨਾ ਹਰ ਕੋ ਨਾਮ। ਜੇ ਨੀਂਦ ਵੀ ਆ ਜਾਵੇ, ਗਲ ਵਿੱਚ ਨੀਂਦ ਦੀ ਫਾਹੀ ਪੈ ਜਾਂਦੀ ਹੈ, ਸਾਰੀ ਰਾਤ ਨਿਕਲ ਜਾਂਦੀ ਹੈ, ਮੂੰਹ ਨਹੀਂ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਉਂਝ ਹੀ ਸੌਂ ਜਾਂਦਾ ਹੈ। ਦਿਨ ਕੰਮਾਂ ਧੰਦਿਆਂ ਵਿੱਚ ਗਵਾਚ ਜਾਂਦਾ ਹੈ। ਰਾਤ ਜੇ ਸੋਵਹਿ ਦਿਨ ਕਰਹਿ ਕਾਮ, ਇੱਕ ਖਿਨ, ਇੱਕ ਸੈਕਿੰਡ ਵੀ ਰਸਨਾ ਤੋਂ ਨਹੀਂ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਖਿਨ ਲਹੇ ਨਾ ਹਰ ਕੋ ਨਾਮ। ਸੋ ਮਨ ਨੂੰ ਮੋੜ ਲਿਆਵੋ ਦੁਨੀਆ ਵਿੱਚੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਇਸ ਨੂੰ ਹਾਜ਼ਰ ਕਰੀਏ। ਜੇ ਹਾਜ਼ਰ ਹੈ ਤਾਂ ਸਤਿਗੁਰਾਂ ਦੀ ਮਿਹਰ ਹੈ, ਇਹਨੂੰ ਕੁਝ ਸਮਝ ਪੈ ਜਾਵੇਗੀ। ਜੇ ਗੈਰ ਹਾਜ਼ਰ ਹੈ ਤਾਂ ਜੋ ਇਹ ਕਰਦਾ ਹੈ, ਉਹ ਇਹਦੇ ਕੀਤੇ ਹੋਏ ਕਰਮਾਂ ਦੇ ਫਲ ਇਹਦੇ ਅੱਗੇ ਆਉਣੇ ਹੀ ਆਉਣੇ ਹਨ। ਜਿਹੜੇ ਬੀਜ ਬੀਜਦਾ ਫਿਰਦਾ ਹੈ, ਉਹਨਾਂ ਬੀਜਾਂ ਦਾ ਫਲ ਇਸ ਨੂੰ ਆਪ ਹੀ ਖਾਣਾ ਪੈਣਾ ਹੈ। ਜਪਜੀ ਸਾਹਿਬ ਜੀ ਤਾਂ ਸੁਣੇ, ਪਰ ਹੁਕਮ ਨਾ ਮੰਨਿਆ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੇ ਆਵੋ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਦਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ। ਜਿਹਨੇ ਸੁਣ ਲਿਆ, ਮੰਨ ਲਿਆ, ਮਨ ਵਿੱਚ ਵਾਹਿਗੁਰੂ ਜੀ ਦਾ ਭੈ ਰੱਖਿਆ, ਪ੍ਰੇਮ ਪੈਦਾ ਕੀਤਾ, ਦੁੱਖ ਪਰ ਹਰ ਉਹਦੇ ਦੁੱਖ ਜ਼ਿੰਦਗੀ ਵਿੱਚੋਂ ਚਲੇ ਜਾਂਦੇ ਹਨ। ਸੁੱਖ ਘਰ ਲੈ ਜਾਓ, ਸੁੱਖ ਘਰ ਲੈ ਆਉਂਦਾ ਹੈ। ਮਨ ਜੋੜੋ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਇਸ ਵੇਲੇ ਪਿਆਰਿਓ, ਕੋਈ ਨਹੀਂ ਜਿਹੜਾ ਆਖੇ ਕਿ ਅਕਾਲ ਪੁਰਖ ਦਾ ਨਾਮ ਜਪੋ, ਪਰਮੇਸ਼ਰ ਦਾ ਨਾਮ ਜਪੋ, ਵਾਹਿਗੁਰੂ ਦਾ ਨਾਮ ਜਪੋ, ਸਤਨਾਮ ਜੀ ਦਾ ਨਾਮ ਜਪੋ, ਵਾਹਿਗੁਰੂ ਜੀ ਦਾ ਨਾਮ ਜਪੋ। ਕੋਈ ਨਜ਼ਰ ਨਹੀਂ ਆਉਂਦਾ। ਆਪੋ ਆਪਣੇ ਰਾਹ ਸਾਰੇ ਸੰਸਾਰ ਦੇ ਜੀਵ ਪਏ ਹੋਏ ਹਨ। ਆਪਣੀ ਬੁੱਧ ਅਨੁਸਾਰ, ਦਿਮਾਗ ਅਨੁਸਾਰ, ਆਪਣੀ ਮੱਤ ਅਨੁਸਾਰ ਦੁਨੀਆ ਚੱਲ ਰਹੀ ਹੈ। ਗੁਰੂ ਦੀ ਮੱਤ ਵਾਲਾ ਕੋਈ ਵਿਰਲਾ ਹੈ। ਤੇ ਜਿਹਨੇ ਗੁਰੂ ਦੀ ਮੱਤ ਧਾਰਨ ਕਰ ਲਈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੂੰ ਮੰਨ ਲਿਆ, ਉਹ ਇਸ ਸੰਸਾਰ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਤੇ ਜੇ ਗੁਰਬਾਣੀ ਭੁੱਲ ਗਈ, ਹੁਕਮ ਹਨ ਜੈ ਧਨ ਬਾਣੀ ਵਿਸਰ ਜਾਏ। ਜੇ ਗੁਰੂ ਦੀ ਬਾਣੀ ਵੱਲ ਧਿਆਨ ਨਾ ਗਿਆ, ਮਨ ਫਿਰ ਆਪਣੀਆਂ ਮਰਜ਼ੀਆਂ ਕਰਦਾ ਹੈ।
ਦੁੱਖ ਪੈਦਾ ਹੋ ਜਾਂਦੇ ਹਨ। ਜਿਵੇਂ ਕੋਈ ਪੱਕਾ ਰੋਗੀ ਹਾਏ ਹਾਏ ਕਰਦਾ ਹੈ, ਬਿੱਲ ਲਾਉਂਦਾ ਹੈ, ਕੱਪੜੇ ਤਾਂ ਸੋਹਣੇ ਪਾਏ ਹੋਏ ਹਨ, ਸਭ ਕੁਝ ਸੁੰਦਰ ਹੈ, ਪਰ ਮਨ ਕਰਕੇ ਬੜਾ ਔਖਾ ਹੈ। ਜਿਉਂ ਪੱਕਾ ਰੋਗੀ ਬਿੱਲ ਲਾਏ, ਮਨ ਰੋਗੀ ਹੋ ਗਿਆ, ਮਨ ਨੂੰ ਰੋਗ ਲੱਗ ਗਏ। ਕੋਈ ਔਲਾਦ ਵੱਲੋਂ ਰੋਗ ਹੈ, ਕੋਈ ਧਨ ਵੱਲੋਂ ਪੈਸਿਆਂ ਵੱਲੋਂ ਰੋਗ ਹੈ, ਕੋਈ ਜ਼ਮੀਨਾਂ ਜਾਇਦਾਦਾਂ ਵੱਲੋਂ ਰੋਗ ਹੈ। ਪਤਾ ਨਹੀਂ ਕਿਤਨੇ ਕੁ ਰੋਗ ਲੱਗ ਜਾਂਦੇ ਹਨ ਇਸ ਮਨ ਨੂੰ। ਜਿਵੇਂ ਰੋਗੀ ਹਾਏ ਹਾਏ ਕਰਦਾ ਹੈ, ਤਿਵੇਂ ਦੇਖਣ ਨੂੰ ਤਾਂ ਸੋਹਣਾ ਹੈ, ਪਰ ਹਾਏ ਹਾਏ ਕਰੇ ਦਿਨ ਰਾਤ, ਦਿਨ ਰਾਤ ਹਾਏ ਹਾਏ ਕਰਦਾ ਹੈ। ਸੋ ਦੂਰ ਨਾ ਜਾਵਾਂ, ਗੁਰਬਾਣੀ ਪੜ੍ਹਿਆ ਕਰੋ, ਮਨ ਜੋੜੋ ਗੁਰੂ ਦੇ ਚਰਨਾਂ ਵਿੱਚ। ਅੰਗ ਹੈ 1081 1081। ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ। ਪੰਜਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ। ਗੁਰਬਾਣੀ ਹੈ ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਰਾਗ ਮਾਰੂ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ। ਗੁਰਬਾਣੀ ਹੈ। ਸੋਲ੍ਹੇ ਹਨ, 16 ਬੰਦਾਂ ਵਾਲੀ ਇਹ ਗੁਰਬਾਣੀ ਦੀ ਬੰਦਸ਼ ਕੀਤੀ ਹੈ ਸਤਿਗੁਰਾਂ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹਨਾਂ ਨੂੰ ਯਾਦ ਕਰੋ, ਉਹ ਅਕਾਲ ਪੁਰਖ ਜੀ ਜਿਹੜੇ ਇੱਕ ਹਨ, ਉਹਨਾਂ ਵਰਗਾ ਹੋਰ ਕੋਈ ਹੈ ਨਹੀਂ। ਜਿਵੇਂ ਜਿਵੇਂ ਸਤਿਗੁਰੂ ਜੀ ਦੇ ਵਚਨ ਮੰਨਾਂਗੇ, ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਜ਼ਿੰਦਗੀ ਬਤੀਤ ਕਰਾਂਗੇ, ਕਿਰਪਾ ਹੋ ਜਾਵੇਗੀ। ਇਹ ਮਨ ਮੂਲ ਮੰਤਰ ਜਪਣ ਲੱਗ ਪਵੇਗਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਪੋ। ਇਹ ਆਪਣੇ ਮਨ ਨੂੰ ਮਨ ਕਹਿਣ ਲੱਗ ਪਵੇਗਾ, ਮਨਾ ਜਾਪੋ। ਜਾਪੋ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਜਪਣਾ ਕਰ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਜੀ ਅਕਾਲ ਪੁਰਖ ਜੀ, ਇਹ ਗੁਰਬਾਣੀ ਸਾਡੇ ਸਾਰਿਆਂ ਵਾਸਤੇ ਹੈ। ਇਹ ਨਾ ਸੋਚਣਾ ਸਤਿਗੁਰੂ ਜੀ ਨੇ ਕਿਹਾ ਹੈ ਕਿ ਮੈਂ ਤੁਹਾਡਾ ਹਾਂ, ਤੁਸੀਂ ਮੇਰੇ ਹੋ। ਆਪਾਂ ਸਾਰਿਆਂ ਨੇ ਆਖਣਾ ਹੈ, ਕਿਉਂਕਿ ਸਤਿਗੁਰੂ ਜੀ ਪੂਰਨਾ ਪਾ ਗਏ ਹਨ। ਜਿਵੇਂ ਬੱਚਿਆਂ ਨੂੰ ਪੂਰਨਾ ਪਾ ਦੇਈਦਾ ਹੈ ਪੈਨਸਲ ਦੇ ਨਾਲ, ਉਹਦੇ ਉੱਤੇ ਉਹ ਲਿਖਦੇ ਆਉਂਦੇ ਹਨ, ਊੜਾ ਐੜਾ ਈੜੀ ਸੱਸਾ ਏ ਬੀ ਸੀ ਟੀ ਕਾ ਖਾ ਗਾ ਘਾ। ਕੋਈ ਵੀ ਬੋਲੀ ਹੋਵੇ, ਅਲਫ ਬੇ ਪੇ ਤੇ ਟੇ ਸੇ, ਜੋ ਵੀ ਕਿਸੇ ਦੀ ਬੋਲੀ ਹੈ, ਗੁਰਸਿੱਖਾਂ ਦੀ ਬੋਲੀ ਹੈ ਗੁਰਮੁਖੀ। ਊੜਾ ਐੜਾ ਈੜੀ, ਇੱਥੋਂ ਤੱਕ 3 ਅੱਖਰ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਵਾਸਤੇ ਵਰਤੇ ਹਨ। ਊੜਾ ਐੜਾ ਈੜੀ ਸੱਸਾ, ਸੱਸੇ ਤੋਂ ਫਿਰ ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ। ਸਤਿਗੁਰੂ ਜੀ ਸ਼ੁਰੂ ਕਰਦੇ ਹਨ, ਪੜ੍ਹਿਆ ਕਰੋ ਜ਼ਰੂਰ ਪੱਟੀ, ਜਿਹਦੇ ਵਿੱਚ ਊੜੇ ਦਾ ਗਿਆਨ ਹੈ, ਐੜੇ ਦਾ ਗਿਆਨ ਹੈ, ਈੜੀ ਦਾ ਗਿਆਨ ਹੈ। ਇਹ ਤਿੰਨੇ ਅੱਖਰ ਅਕਾਲ ਪੁਰਖ ਵਾਹਿਗੁਰੂ ਜੀ ਵੱਲ, ਈਵੜੀ ਆਦ ਪੁਰਖ ਹੈ ਸਾਚਾ। ਆ ਜਿਹੜੀ ਦੁਨੀਆ ਹੈ, ਇਹਦੇ ਵਿੱਚ ਵੀ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਹਨ। ਅੱਗੇ ਸੱਸਾ ਆ ਜਾਂਦਾ ਹੈ, ਉੱਥੋਂ ਫਿਰ ਅੱਗੋਂ ਗਿਆਨ ਮਿਲਦਾ ਜਾਂਦਾ ਹੈ। ਸੱਸੇ ਦੁਆਰਾ, ਹਾਹੇ ਦੁਆਰਾ,
ਕੱਕੇ ਦੁਆਰਾ ਆਪ ਪੜਿਆ ਕਰੋ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਇੱਕ ਇੱਕ ਅੱਖਰ ਦੁਆਰਾ ਗਿਆਨ ਮਿਲਦਾ ਹੈ। ਇਸ ਮਨ ਨੂੰ ਸੋਝੀ ਮਿਲਦੀ ਹੈ। ਆਪਣੇ ਆਪਣੇ ਮਨ ਨੂੰ ਆਖਣਾ ਹੈ ਕਿ ਮਨਾ ਤੂੰ ਕਹਿ ਪਰਮੇਸ਼ਰ ਜੀ ਨੂੰ ਜੋ ਪੂਰਨਾ ਪਾਇਆ ਹੈ, ਜੋ ਗੁਰਬਾਣੀ ਸਤਿਗੁਰਾਂ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਨੂੰ ਪੜ੍ਹ ਕੇ ਜੁੜ ਜਾਓ ਪਰਮੇਸ਼ਰ ਜੀ ਦੇ ਨਾਲ, ਵਾਹਿਗੁਰੂ ਜੀ ਦੇ ਨਾਲ, ਸਤਨਾਮ ਜੀ ਦੇ ਨਾਲ, ਅਕਾਲ ਪੁਰਖ ਜੀ ਦੇ ਨਾਲ। ਤੂੰ ਸਾਹਿਬ, ਵਾਹਿਗੁਰੂ ਜੀ ਤੁਸੀਂ ਮੇਰੇ ਸਾਹਿਬ ਹੋ, ਮੇਰੇ ਸਾਹਿਬ ਤੂੰ, ਮੈਂ ਮਾਣ ਨੇ ਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਤੂੰ ਸਾਹਿਬ ਹੋਂ ਸੇਵਕ ਕੀਤਾ, ਵਾਹਿਗੁਰੂ ਜੀ ਤੁਸੀਂ ਸਾਹਿਬ ਹੋ, ਹਾਂ ਮੈਨੂੰ ਤੁਸੀਂ ਸੇਵਕ ਪੈਦਾ ਕੀਤਾ ਹੈ। ਸੇਵਕ ਕੀ ਓੜਕ ਨਿਭੀ ਪ੍ਰੀਤ, ਨਿਭੀ ਪ੍ਰੀਤ। ਕਿਰਪਾ ਕਰੋ ਮੈਨੂੰ ਆਪਣੀ ਸੇਵਾ ਦੇ ਵਿੱਚ ਲਾਈ ਰੱਖੋ। ਮੈਂ ਨਾਮ ਜਪਦਾ ਰਵਾਂ, ਕਿਰਤ ਕਮਾਈ ਵੀ ਕਰਦਾ ਰਵਾਂ, ਗੁਰਦੁਆਰਾ ਸਾਹਿਬ ਵੀ ਜਾਂਦਾ ਰਵਾਂ, ਕਿਰਤ ਬਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ। ਜਿਹੜਾ ਪ੍ਰਸਾਦ ਮਿਲੇ ਉਹ ਵੀ ਲਿਆ ਕੇ ਮੈਂ ਆਪਣੇ ਬਾਲ ਬੱਚਿਆਂ ਦੇ ਮੁਖ ਵਿੱਚ ਵੀ ਪਾਵਾਂ। ਮੈਂ ਤੁਹਾਡਾ ਸੇਵਕ ਹਾਂ, ਕੀਤਾ ਹੋਇਆ ਹਾਂ, ਬਣਾਇਆ ਹੋਇਆ ਹਾਂ, ਦੁਨੀਆ ਦੇ ਵਿੱਚ ਭੇਜਿਆ ਹੋਇਆ ਹਾਂ। ਜੀਓ ਪਿੰਡ, ਆ ਜਿਹੜੀ ਮੇਰੀ ਬੋਡੀ ਹੈ, ਜਿਹੜਾ ਮੇਰਾ ਪਿੰਡ ਹੈ, ਪਿੰਡ ਦੇਹ ਨੂੰ ਕਹਿੰਦੇ ਹਨ, ਸਰੀਰ ਨੂੰ ਆਖਦੇ ਹਨ ਸਤਿਗੁਰੂ ਜੀ। ਇਸ ਪਿੰਡ ਵਿੱਚ ਅੱਖਾਂ ਹਨ, ਹੱਥ ਹਨ, ਕੰਨ ਹਨ, ਪੈਰ ਹਨ, ਪਤਾ ਨਹੀਂ ਕਿਤਨੀਆਂ ਕਿ ਨਾੜੀਆਂ ਦਾ ਭਰਿਆ ਹੋਇਆ ਹੈ। ਜਦੋਂ ਇਹਨੂੰ ਕੱਟਦੇ ਵੱਢਦੇ ਹਨ, ਕਿੰਨੇ ਕਿੰਨੇ ਕਿਲੋ ਲਹੂ ਹੈ ਇਹਦੇ ਅੰਦਰ, ਨਾੜੀਆਂ ਹਨ, ਬੜਾ ਖਲਾਰਾ ਹੈ ਇਸ ਮਿੱਟੀ ਦੇ ਪੁਤਲੇ ਦੇ ਵਿੱਚ, ਜਿਹਦਾ ਇਕੱਠਾ ਨਾਮ ਰੱਖ ਦਿੱਤਾ ਹੈ ਸਤਿਗੁਰਾਂ ਨੇ ਪਿੰਡ। ਕਿਉਂਕਿ ਪਿੰਡ ਵਿੱਚ ਕਈ ਘਰ ਵਸਦੇ ਨੇ, ਬਹੁਤ ਸਾਰੇ ਘਰ ਹੋਣ ਤਾਂ ਪਿੰਡ ਵੱਜਦਾ ਹੈ। ਆ ਦੁਨੀਆ ਦੀ ਖੇਡ ਖੇਡਣ ਵਾਸਤੇ ਇਹ ਵੀ ਪਿੰਡ ਹੈ। ਇਹਦੇ ਵਿੱਚ ਵੀ ਕਈ ਘਰ ਹਨ, ਹੱਥਾਂ ਦੀਆਂ 10 ਉਂਗਲਾਂ ਹਨ। ਦਫ਼ਤਰਾਂ ਵਿੱਚ ਸਾਰਾ ਦਿਨ ਪੈਨ ਫੜ ਕੇ, ਕਲਮ ਫੜ ਕੇ ਬੰਦਾ ਲਿਖਦਾ ਰਹਿੰਦਾ ਹੈ। ਇਹਨਾਂ ਉਂਗਲਾਂ ਨਾਲ ਪੱਤਰੇ ਪੱਤਰ ਦਿੰਦਾ ਹੈ। ਗੁਰਬਾਣੀ ਪੜ੍ਹਨ ਲੱਗਿਆਂ ਵੀ ਪੱਤਰੇ ਪੱਤਰਦਾ ਹੈ। 1430 ਅੰਗ ਹਨ। ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਜਦੋਂ ਪੜ੍ਹ ਲੈਂਦਾ ਹੈ ਇੱਕ ਅੰਗ, ਫਿਰ ਇਹਨਾਂ ਉਂਗਲਾਂ ਦੇ ਨਾਲ ਅੰਗੂਠਾ ਵੀ ਸਾਥ ਦਿੰਦਾ ਹੈ, ਪੰਨਾ ਪੱਤਰ ਲੈਂਦਾ ਹੈ। ਇਹ ਸਾਰਾ ਕੁਝ ਹੱਥ ਦੀਆਂ ਉਂਗਲਾਂ, ਇਹ ਜਿੰਨੇ ਵੀ ਸਰੀਰ ਨੂੰ ਇਹ ਪਿੰਡ ਵਸਿਆ ਹੋਇਆ ਹੈ, ਨੱਕ ਨਾਲ, ਅੱਖਾਂ ਨਾਲ, ਕੰਨਾਂ ਨਾਲ, ਉਂਗਲਾਂ ਨਾਲ, ਇਹ ਸਾਰਾ ਪਿੰਡ ਇਹ ਸਰੀਰ ਹੈ। ਇਹ ਸਾਰੇ ਇਹਦੇ ਵਿੱਚ ਵਸਦੇ ਹਨ। ਇਹਨਾਂ ਸਾਰਿਆਂ ਨੂੰ ਆਖਣਾ ਹੈ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਫਰਮਾਉਂਦੇ ਹਨ, ਜਿਹੜਾ ਵਿੱਚ ਜੀ ਹੈ, ਜਿੰਨਾ ਚਿਰ ਜੀ ਰਹਿੰਦਾ ਹੈ ਉਹਨਾਂ ਚਿਰ ਦੁਨੀਆ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ ਕਰਦੀ ਹੈ। ਜਦੋਂ ਜੀ ਵਿੱਚੋਂ ਚਲਾ ਜਾਂਦਾ ਹੈ, ਪਿਆਰਿਓ ਫਿਰ ਕੋਈ ਨਹੀਂ ਪੁੱਛਦਾ,
कोई ना पुछे तेरी बात। इस देह नूं सतगुरु जी कहंदे हन, हुक्म करदे हन, जां उठी चलसी कंतड़ा, जदों तेरा कंत विचों चला गया, तेरे हसबैंड चले गए, ट्रू हसबैंड अकाल पुरख वाहिगुरु जी, तैनू किसे नहीं पुछना। दुनिया नूं भी उपदेश है, जिन्ना चिर हसबैंड है उन्ना चिर परिवार सारा जी 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 करदा रहिंदा है। जदों हसबैंड नालों विछोड़े पै गए, तां कोई नहीं पुछदा। अपने नाह तो बिना, हसबैंड तो बिना कोई नहीं पुछदा। इस रूह दा, इस जी दा जदों विछोड़ा पै जांदा है सतगुरु जी नालों, अकाल पुरख जी नालों, बस फिर जिवें हसबैंड तो बिना दुख ही दुख हन, उसे तरह ट्रू हसबैंड अकाल पुरख वाहिगुरु जी तो बिना दुख ही दुख हन। सतगुर ते विछड़े, ਜਿਹੜੀਆਂ ਜਿਹੜੀਆਂ रूहां विछड़ गईयां ਉਹ दुख ही पाउंदियां हन। इस करके कदी भी अपने ट्रू हसबैंड अकाल पुरख वाहिगुरु जी तो दूर ना होवो, हसबैंड तो दूर ना होवो। वाहिगुरु दा नाम जपो, आग्या विच रह के, हुक्म दे विच रह के, हुक्म नूं बुझ के, हुक्म बूझ सुख पई है रे, बड़ा सुख मिलेगा। हुक्म नूं बुझ के ये जिंदगी सफल हो जाएगी। वाहिगुरु जी ये जीओ जिहड़ा विच बोलदा है, ये पिंड शरीर सब तेरा दिता, सब तुहाडा दिता होया है। मां प्यो द्वारा ये बख्शिश तुसां कर दिती है। करन करावन सब तू है, नाही किछ आसाड़ा। जगत विच, दुनिया विच जो कुछ भी असीं कर रहे हां, ये साडे कोलों कराउण वाले तुसीं हो। जीवां दा साडा कोई जोर नहीं कि असीं कुछ कर सकीए। जोर दी पौड़ी पढ़िया करो जपजी साहिब जी दे विचों। सब कुछ करन कराउण वाले वाहिगुरु जी तुसीं आप ही हो, साडा कोई वस नहीं है। नाही किछ आसाड़ा, साडा कोई जोर नहीं। ये जिन्ने भी जोर हन दिमाग दे, बुद्ध दे, शरीर दे, ये सब तुहाडे वल्लों बख्शिश होए होए जोर हन। तुम है पठाए ता जग मह आए, तुसी भेजिया है तां जगत विच आए हां। तुम है पठाए तुसी भेजिया है तां दुनिया विच आए हां। ये दुनिया दे विच जन्म तां होया है जे तुसी कृपा कीती है, बख्शिश कीती है। तुम है पठाए, पठाए कहंदे हन भेजण नूं। तुसां भेजिया दुनिया दे विच, ता जग मह आए, तां असीं जगत विच आए हां। वाहिगुरु जी किरपा करो, सानू अपने नाम दी दात बख्शिश करो, असीं जपदे रहीए सतनाम श्री वाहिगुरु। ਜਿਹੜੇ ਕਰਮ ਅਸੀਂ ਕਰਦੇ ਹਾਂ
ਸਾਡੇ ਤੇ ਕਿਰਪਾ ਕਰੋ, ਸਾਡੇ ਕੋਲੋਂ ਕਰਮ ਜਿਹੜੇ ਹਨ ਸਤਿਗੁਰ ਜੀ ਉਹ ਚੰਗੇ ਹੋਣ। ਕਿਉਂਕਿ ਚੰਗਿਆਂ ਮੰਦਿਆਂ ਪਾਸਿਆਂ ਵੱਲ ਤੁਸੀਂ ਆਪ ਹੀ ਸਭ ਨੂੰ ਲਾ ਦਿੱਤਾ ਹੈ, ਲਾਇਆ ਹੋਇਆ ਹੈ, ਲਾ ਛੱਡਿਆ ਹੈ। ਚੰਗੇ ਮੰਦੇ ਆਪ ਲਾਇਓਨ, ਚੰਗੇ ਮੰਦੇ ਆਪ ਲਾਇਓਨ। ਕੋਈ ਚੰਗਾ ਕਰ ਰਿਹਾ ਹੈ, ਕੋਈ ਮਾੜਾ ਕਰ ਰਿਹਾ ਹੈ, ਇਹਨਾਂ ਸਾਰਿਆਂ ਨੂੰ ਤੁਸੀਂ ਆਪ ਹੀ ਚੰਗਿਆਂ ਮੰਦਿਆਂ ਪਾਸਿਆਂ ਵੱਲ ਚੰਗੇ ਮੰਦੇ ਕਰਮ ਕਰਨ ਵਾਸਤੇ ਲਾ ਦਿੱਤਾ ਹੈ। ਪਰ ਮਾਨਸ ਜਨਮ ਵਿੱਚ ਸੋਝੀ ਦੇ ਦਿੱਤੀ ਹੈ, ਆਹ ਕਰਮ ਚੰਗਾ ਹੈ, ਆਹ ਮਾੜਾ ਹੈ, ਆਹ ਕਰਨਾ ਹੈ, ਆਹ ਨਹੀਂ ਕਰਨਾ। ਜੋ ਤੁਧ ਭਾਣਾ, ਜੋ ਤੁਹਾਨੂੰ ਚੰਗਾ ਲੱਗਦਾ ਹੈ, ਸੇ ਕਰਮ ਕਮਾਏ। ਜੀਵ ਉਹ ਕਰਮ ਕਮਾ ਰਹੇ ਹਨ, ਕਰ ਰਹੇ ਹਨ। ਤੁਝ ਤੇ ਬਾਹਰ ਕਿਛੂ ਨਾ ਹੋਆ, ਤਾ ਵੀ ਨਾਹੀ ਕਿਛ ਕਾੜਾ। ਤੁਹਾਡੇ ਹੁਕਮ ਤੋਂ ਬਿਨਾਂ ਤੁਹਾਡੇ ਹੁਕਮ ਤੋਂ ਬਾਹਰ ਇਹ ਬੰਦਾ ਬੰਦੀ ਕੁਝ ਨਹੀਂ ਕਰ ਸਕਦੇ, ਕਿਉਂਕਿ ਕਰਨ ਕਰਾਉਣ ਵਾਲੇ ਤੁਸੀਂ ਹੋ। ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾਕਾ ਅੰਤਰ ਜਾਮੀ। ਤੁਝ ਤੇ ਬਾਹਰ ਕਿਛੂ ਨਾ ਹੋਆ, ਤੁਹਾਡੇ ਹੁਕਮ ਤੋਂ ਬਿਨਾਂ ਕੁਝ ਪਤਾ ਵੀ ਨਹੀਂ ਹਿਲਦਾ। ਔੜ ਲੱਗ ਜਾਵੇ, ਧੁੱਪ ਲੱਗ ਜਾਵੇ, ਪੱਤੇ ਖਲੋਤੇ ਹਨ, ਜਰਾ ਨਹੀਂ ਹਿੱਲਦੇ। ਪੱਤ ਝਾੜ ਆ ਜਾਵੇ, ਸਾਰੇ ਦਰਖਤ ਉਰੋਡੇ ਮੋਡੇ ਹੋ ਜਾਂਦੇ ਹਨ, ਇੱਕ ਪੱਤਾ ਵੀ ਨਹੀਂ ਰਹਿੰਦਾ, ਖਾਲੀ ਲੱਕੜਾਂ ਦਿਸਦੀਆਂ ਹਨ। ਜੇ ਕਿਰਪਾ ਕਰਦੇ ਹੋ ਪੱਤ ਝਾੜ ਮੁੱਕ ਜਾਵੇ, ਉਹੀ ਉਹ ਸੁੱਕੇ ਹੋਏ ਦਰਖਤ ਟਾਹਣੀਆਂ ਭਰ ਜਾਂਦੇ ਹਨ ਹਰਿਆਵਲ ਨਾਲ। ਫੁੱਲ ਭਰ ਜਾਂਦੇ ਹਨ, ਪੱਤੇ ਹੀ ਪੱਤੇ, ਪੱਤੇ ਹੀ ਪੱਤੇ, ਗੂੜੀ ਸੰਘਣੀ ਛਾਂ ਹੋ ਜਾਂਦੀ ਹੈ। ਇਹ ਸਭ ਤੁਹਾਡੀ ਆਪਣੀ ਕਲਾ ਹੈ। ਤੁਝ ਤੇ ਬਾਹਰ ਕਿਛੂ ਨਾ ਹੋਆ, ਜੋ ਕੁਝ ਹੋ ਰਿਹਾ ਹੈ ਤੁਹਾਡੇ ਤੋਂ ਬਾਹਰ, ਤੁਹਾਡੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੋ ਰਿਹਾ। ਤਾ ਵੀ ਨਾਹੀ ਕਿਛ ਕਾੜਾ। ਵਾਹਿਗੁਰੂ ਜੀ, ਜੇ ਅਸੀਂ ਤੁਹਾਡੇ ਹੋ ਰਹੀਏ, ਜੇ ਅਸੀਂ ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ, ਤੇ ਮੰਦਿਆਂ ਪਾਸਿਆਂ ਤੋਂ ਤੁਸੀਂ ਸਾਨੂੰ ਰੋਕ ਲਵੋਗੇ, ਸਾਨੂੰ ਕੋਈ ਚਿੰਤਾ ਨਾ ਰਹੇਗੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋ ਹੁਕਮ ਕਰਦੇ ਹਨ, ਉਹਨਾਂ ਦੇ ਬਣ ਜਾਓ, ਜਿਨ੍ਹਾਂ ਦਾ ਇਹ ਸਾਰਾ ਖੇਲ ਹੈ, ਤਮਾਸ਼ਾ ਹੈ। ਕਲਗੀਆਂ ਵਾਲੇ ਸਤਿਗੁਰੂ ਜੀ ਹੁਕਮ ਕਰਦੇ ਹਨ, ਦੇਖਣ ਆਇਓ ਜਗਤ ਤਮਾਸ਼ਾ। ਇੱਥੇ ਵੀ ਤੁਹਾਡਾ ਹੁਕਮ ਹੈ, ਉੱਥੇ ਵੀ ਜਦੋਂ ਅਸੀਂ ਚਲੇ ਜਾਣਾ ਹੈ, ਇਸ ਮਨ ਨੇ ਇਸ ਬੋਡੀ ਨੂੰ, ਦੇਹ ਨੂੰ, ਤਨ ਨੂੰ, ਸਰੀਰ ਨੂੰ ਇੱਥੇ ਸੁੱਟ ਕੇ, ਕਿਉਂਕਿ ਬੰਦਾ ਇੱਥੇ ਤਨ ਨੂੰ, ਬੋਡੀ ਨੂੰ, ਦੇਹ ਨੂੰ, ਸਰੀਰ ਨੂੰ ਅਜੇ ਦੇ ਵਿੱਚ ਰਹਿੰਦਾ ਹੈ 50, 60, 70, 100 ਸਾਲ, ਇੱਥੇ ਹੀ ਸੁੱਟ ਕੇ ਚਲਾ ਜਾਂਦਾ ਹੈ। ਆਪੋ ਆਪਣੀ ਉਮਰ ਅਨੁਸਾਰ ਦੇਖੋ ਕਿਹੜਾ ਦੇਹ ਨੂੰ ਨਾਲ ਲੈ ਗਿਆ ਹੈ, ਸਭ ਇੱਥੇ ਸੁੱਟ ਜਾਂਦੇ ਹਨ। ਚੋਲਾ ਲਾ ਕੇ, ਆ ਮਿੱਟੀ ਦਾ, ਆ ਚਮੜੀ ਦਾ ਚੋਲਾ ਇੱਥੇ ਲਾ ਕੇ ਚਲੇ ਜਾਂਦੇ ਨੇ ਲੋਕ। ਜਿਹੜਾ ਵਿੱਚ ਚੰਗੇ ਮਾੜੇ ਕਰਮ ਕਰਦਾ ਹੈ, ਉਹ ਜਾਂਦਾ ਹੈ ਜਾ ਕੇ ਲੇਖੇ ਦਿੰਦਾ ਹੈ। ਲੇਖਾ ਕਤਹਿ ਨਾ ਛੋਟੀ ਹੈ, ਖਿਨ ਖਿਨ ਭੂਲਨ ਹਾਰ। ਖਿਨ ਖਿਨ ਜਿਹੜਾ
ਸੈਕਿੰਡ ਸੈਕਿੰਡ ਬਾਅਦ ਭੁੱਲਦਾ ਹੈ, ਬੁਰੀਆਂ ਸੋਚਾਂ ਸੋਚਦਾ ਹੈ, ਮੈਂ ਆਹ ਕਰ ਲਵਾਂ, ਮੈਂ ਉਹ ਕਰ ਲਵਾਂ। ਜਿੰਨੀਆਂ ਮੰਦੀਆਂ ਸੋਚਾਂ ਸੋਚਦਾ ਹੈ, ਉਹਦੇ ਫਲ ਉਹਦੇ ਅੱਗੇ ਆ ਜਾਂਦੇ ਹਨ। ਅਬਲ ਤਾਂ ਇਸੇ ਜ਼ਿੰਦਗੀ ਵਿੱਚ ਆ ਜਾਂਦੇ ਹਨ। ਵਾਟ ਐਵਰ ਵੀ ਹੈਵ ਡਨ ਇਨ ਦਿਸ ਵਰਲਡ, ਗੁੱਡ ਔਰ ਬੈਡ, ਇਟਸ ਫਰੂਟ will be found in old age and even after life। ਜਦੋਂ ਜ਼ਿੰਦਗੀ ਮੁੱਕ ਜਾਂਦੀ ਹੈ, ਉਦੋਂ ਫਿਰ ਕੱਲੇ ਨੂੰ ਸਾਰੇ ਬੀਜੇ ਹੋਏ ਬੀਜ ਵੱਢਣੇ ਪੈਂਦੇ ਹਨ। ਤਾਈਓ ਕਹਿੰਦੇ ਹਨ, ਬੀਜ ਬੀਜੀਏ ਤੇ ਵਾਹਿਗੁਰੂ ਦੇ ਨਾਮ ਦਾ, ਬੀਜ ਮੰਤਰ ਸਰਬ ਕੋ ਗਿਆਨ। ਗਿਆਨ ਲਈਏ ਗੁਰਬਾਣੀ ਦਾ, ਸੁਰਮਾ ਅੱਖਾਂ ਵਿੱਚ ਪਾਈਏ, ਜਿਹੜੀਆਂ ਅੰਦਰਲੀਆਂ ਅੱਖਾਂ ਹਨ। ਇੱਥੇ ਵੀ ਵਾਹਿਗੁਰੂ ਜੀ ਤੁਹਾਡਾ ਹੁਕਮ ਹੈ, ਪਰਲੋਕ ਵਿੱਚ ਵੀ ਜਿਹੜਾ ਨੈਕਸਟ ਵਰਲਡ ਹੈ, ਉੱਥੇ ਵੀ ਤੁਹਾਡਾ ਹੁਕਮ ਹੈ। ਉਹਾਂ ਹੁਕਮ ਤੁਮਾਰਾ ਸੁਣੀਏ, ਉੱਥੇ ਵੀ ਤੁਹਾਡਾ ਹੀ ਹੁਕਮ ਸੁਣਿਆ ਜਾਂਦਾ ਹੈ। ਇਹਨਾਂ ਨੂੰ ਕੀ ਸਜ਼ਾ ਦੇਣੀ ਹੈ, ਇਹਨਾਂ ਨੂੰ ਦੋਜ਼ਖ ਵਿੱਚ, ਨਰਕ ਵਿੱਚ ਪਾਉਣਾ ਹੈ, ਇਹਨਾਂ ਨੂੰ ਕਿਹੜਾ ਜਨਮ ਦੇਣਾ ਹੈ 84 ਲੱਖ ਵਿੱਚ, ਜਾਂ ਮੁਕਤ ਕਰ ਦੇਣਾ ਹੈ, ਉੱਥੇ ਵੀ ਤੁਹਾਡਾ ਹੁਕਮ ਹੈ। ਇਸ ਕਰਕੇ ਇਸ ਦੁਨੀਆ ਵਿੱਚ ਜਦ ਤੱਕ ਇਹ ਚੋਲਾ ਹੈ, ਇਹ ਦੇਹ ਹੈ, ਇਹ ਸਰੀਰ ਹੈ, ਤੁਹਾਡਾ ਨਾਮ ਅਸੀਂ ਜਪੀਏ। ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਉਹਾਂ ਹੁਕਮ ਤੁਮਾਰਾ ਸੁਣੀਏ। ਪਰਲੋਕ ਵਿੱਚ ਇਹਾਂ ਇਸ ਦੁਨੀਆ ਵਿੱਚ ਹਰ ਜਸ ਤੇਰਾ ਭਣੀਐ। ਇੱਥੇ ਇਸ ਦੁਨੀਆ ਵਿੱਚ ਭਣੀਐ, ਤੁਹਾਡਾ ਨਾਮ ਉਚਾਰਨ ਕਰੀਏ, ਇਸ ਰਸਨਾ ਦੇ ਨਾਲ ਆਖਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ। ਤੇ ਮਨ ਨੂੰ ਵੀ ਕਹਿੰਦੇ ਰਹੀਏ, ਜਪ ਮਨ ਸਤਨਾਮ, ਸਦਾ ਸਤਨਾਮ। ਅੱਜ ਦੀ ਕਥਾ ਇੱਥੇ ਤੱਕ ਹੀ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਅੰਗ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 1081 ਮਾਰੂ ਮਹੱਲਾ ਪੰਜਵਾਂ। ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹਨ। ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਗੋਂ ਜੇ ਸਤਿਗੁਰੂ ਕਿਰਪਾ ਕਰਨਗੇ ਤਾਂ ਪਿਆਰਿਓ ਪੜਾਂਗੇ, ਜੇ ਪੜਾਉਣਗੇ, ਕਿਉਂਕਿ ਪਤਾ ਨਹੀਂ ਹੁੰਦਾ, ਹਮ ਆਦਮੀ ਹਾਂ ਇੱਕਦਮੀ, ਦਮ ਬਾਹਰ ਚਲਾ ਗਿਆ, ਉਹ ਮੁੜ ਕੇ ਵਾਪਸ ਆਵੇਗਾ ਅੰਦਰ ਕਿ ਨਹੀਂ ਆਵੇਗਾ, ਇਹ ਵਾਹਿਗੁਰੂ ਜਾਣਦੇ ਹਨ। ਇਸ ਕਰਕੇ ਕਹਿ ਨਹੀਂ ਸਕਦੇ ਕਿ ਅੱਗੋਂ ਕੱਲ ਕਰਾਂਗੇ, ਕਿਉਂਕਿ ਸਮੇਂ ਦਾ ਇੱਕ ਸੈਕਿੰਡ ਦਾ ਪਤਾ ਨਹੀਂ, ਇੱਕ ਪਲ ਵਿੱਚ ਕੀ ਹੋ ਜਾਣਾ ਹੈ। ਧਰਤੀ ਉਲਟ ਪੁਲਟ ਹੋ ਜਾਂਦੀ ਹੈ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਡਰੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ। ਤਾਈਓ ਕਹੀਦਾ ਹੈ, ਗੁਰੂ ਸਾਹਿਬ ਨੇ ਹੁਕਮ ਕੀਤੇ ਹਨ, ਸਾਸ ਸਾਸ ਸਿਮਰੋ ਗੋਬਿੰਦ। ਦੇਹ ਤੇ ਇੱਥੇ ਸੁੱਟ ਜਾਣੀ ਹੈ, ਬੋਡੀ ਇੱਥੇ ਸੁੱਟ ਜਾਣੀ ਹੈ, ਸਾਹ ਨਾਲ ਜਾਣਗੇ। ਇਹਨਾਂ ਸਾਹਾਂ ਦੇ ਨਾਲ ਜੁੜੇ ਰਿਹਾ ਕਰੀਏ, ਆਖਦੇ ਰਿਹਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਤਾਂ ਕਿ ਜ਼ਿੰਦਗੀ ਜਿਹੜੀ ਹੈ ਮਿਲੀ ਹੋਈ ਉਹਦਾ ਕੁਝ ਲਾਭ ਮਿਲ ਜਾਵੇ। ਅਵਗੁਣ ਛੱਡ ਕੇ ਗੁਣਾਂ ਨੂੰ ਧਾਰਨ ਕਰੀਏ, ਚੰਗੇ ਕੰਮ ਗੁੱਡ ਡੀਡਸ ਜਿਹੜੇ ਹਨ ਆ ਸੁਭਾਅ ਛੱਡ ਦਈਏ, ਬੁਰੇ ਕੰਮ ਕੋ ਉੱਠ ਖਲੋਇਆ। ਨਾਮ ਕੀ ਬੇਲਾ ਪੈ ਪੈ ਸੋਇਆ, ਹੀ ਗੈਟਸ ਅਪ ਟੂ ਡੂ ਈਵਲ ਡੀਡਸ।
but at the time of prayer he sleeps. Ignore to do the prayer. ਪਾਠ ਕਰਨਾ, ਅਰਦਾਸ ਕਰਨੀ, ਬੇਨਤੀ ਕਰਨੀ, ਇਹ ਬੰਦੇ ਨੂੰ ਭੁੱਲ ਗਈ ਹੈ। ਤੇ ਜੇ ਕਰਦਾ ਹੈ ਤੇ ਭਾਗਾਂ ਵਾਲਾ ਹੈ, ਕਰਮਾਂ ਵਾਲਾ ਹੈ। ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਗੁਰਬਾਣੀ ਦੀ ਸੰਗਤ ਕਰਿਆ ਕਰੀਏ। ਸਿੱਧਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਗੁਰਬਾਣੀ ਸੰਗਤ ਬਿਨਾਂ ਹੋਰ ਦੂਜੀ ਓਟ ਨਾ ਕਾਈ। ਅੱਜ ਵੀ ਗੁਰਬਾਣੀ ਦੀ ਲੋੜ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ। ਪਰ ਮਨ ਨੇ ਕੀ ਕੀਤਾ, ਵਿਸਾਰ ਦਿੱਤਾ ਗੁਰਬਾਣੀ ਨੂੰ, ਭੁੱਲ ਗਿਆ। ਨਾਮ ਵਿਸਾਰ, ਕਿਉਂਕਿ ਗੁਰਬਾਣੀ ਵੀ ਨਾਮ ਹੈ। ਜਿਵੇਂ ਜਿਵੇਂ ਗੁਰਬਾਣੀ ਪੜ੍ਹੋ, ਅਕਾਲ ਪੁਰਖ ਜੀ ਦੀ ਉਸਤਤ ਗੁਰਬਾਣੀ ਦੁਆਰਾ ਹੋ ਰਹੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ, ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਕੀਰਤਨੀਏ ਜਿਹੜੇ ਹਨ, ਗੁਰਬਾਣੀ ਪੜ੍ਹਦੇ ਹਨ। ਉਸ ਗੁਰਬਾਣੀ ਦੁਆਰਾ ਉਸਤਤ ਹੋ ਰਹੀ ਹੈ ਨਿਰੰਕਾਰ ਜੀ ਦੀ, ਵਾਹਿਗੁਰੂ ਜੀ ਦੀ, ਅਕਾਲ ਪੁਰਖ ਜੀ ਦੀ। ਉਂਝ ਵੀ ਕੋਈ ਗੁਰਬਾਣੀ ਪੜ੍ਹੇ, ਗੁਰਬਾਣੀ ਸੁਣੇ ਤਾਂ ਵਾਹਿਗੁਰੂ ਜੀ ਦੀ ਹੀ ਉਸਤਤ ਹੈ, ਸੋਭਾ ਹੈ। ਉਸੇ ਉਸਤਤ ਨੂੰ ਮਨ ਵਿੱਚ ਵੀ ਕਰਨਾ ਹੈ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਉਸਤਤ ਵੀ ਕਰਨੀ ਹੈ, ਸੱਚਾ ਵਿਹਾਰ ਵੀ ਕਰਨਾ ਹੈ। ਨਾਮ ਜਪਦੇ ਰਹਿਣਾ ਹੈ ਇਸ ਜੀਭਾ ਦੇ ਨਾਲ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਦਾਸ ਦਿਲਬਾਗ ਸਿੰਘ ਪਾਸੋਂ ਗੁਰਬਾਣੀ ਵਿਚਾਰ ਲੇਟਸ ਯੂਕੇ ਤੋਂ ਸਤਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਸ਼ਬਦ ਦੀ ਕਥਾ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ। ਸੰਗਤ ਗੁਰੂ ਦਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਕਈ ਭੁੱਲਾਂ ਹੋ ਗਈਆਂ ਹਨ, ਖਿਮਾ ਕਰ ਦਿਓ, ਖਿਮਾ ਕਰ ਦਿਓ, ਦਾਸ ਨੂੰ ਖਿਮਾ ਕਰ ਦਿਓ। ਸੰਗਤ ਗੁਰੂ ਰੂਪ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।